ਮੈਂ ਆਪਣੇ ਪਤੀ ਨੂੰ ਬਹੁਤ ਪਿਆਰ ਕਰਦੀ ਸੀ, ਪਰ ਉਹ ਬਾਪ ਨਹੀਂ ਬਣ ਸਕਦਾ ਸੀ। ਇੱਕ ਦਿਨ ਉਹ ਮੈਨੂੰ ਕਹਿਣ ਲੱਗਿਆ ਕਿ ਮੇਰੀ ਭੈਣ ਦਾ ਪਤੀ ਮਰ ਗਿਆ, ਆਪਾਂ ਉਸ ਦਾ ਬੱਚਾ ਰੱਖ ਲੈਨੇ ਆ, ਨਾਲੇ ਉਹ ਇਕੱਲੀ ਰਹਿੰਦੀ ਆ, ਉਸ ਨੂੰ ਆਪਣੇ ਘਰ ਬੁਲਾ ਲੈਨੇ ਆ। ਮੈਂ ਆਪਣੇ ਪਤੀ ਦੀ ਇਸ ਗੱਲ ਤੇ ਕੋਈ ਇਤਰਾਜ਼ ਨਾ ਕੀਤਾ, ਇਹ ਗੱਲ ਮੰਨ ਲਈ। ਪਰ ਮੈਂ ਇੱਕ ਦਿਨ ਹੈਰਾਨ ਹੋ ਕੇ ਰਹਿ ਗਈ ਜਦੋਂ ਬੱਚੇ ਦੀ ਲੱਤ ਉੱਤੇ ਇੱਕ ਅਜੀਬ ਜਿਹਾ ਨਿਸ਼ਾਨ ਦੇਖਿਆ, ਪਰ ਉਹ ਜਿਹਾ ਨਿਸ਼ਾਨ ਮੇਰੇ ਪਤੀ ਦੀ ਲੱਤ ਉੱਪਰ ਵੀ ਸੀ। ਫਿਰ ਇੱਕ ਰਾਤ ਜਦੋਂ ਮੇਰਾ ਪਤੀ ਆਪਣੀ ਭੈਣ ਦੇ ਕਮਰੇ ਵਿੱਚ ਗਿਆ ਤੇ ਉਹਨਾਂ ਨੂੰ ਇਕੱਠਿਆਂ ਦੇਖ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ, ਕਿਉਂਕਿ ਉਹ ਦੋਨੋਂ, ਮੈਂ ਆਪਣੇ ਮਾਂ-ਬਾਪ ਦੀ ਇਕੱਲੀ ਬੇਟੀ ਸੀ। ਪਰਮਾਤਮਾ ਨੇ ਸਾਨੂੰ ਸਭ ਕੁਝ ਦਿੱਤਾ ਸੀ। ਸਾਡਾ ਕੱਪੜੇ ਦਾ ਬਹੁਤ ਵੱਡਾ ਕਾਰੋਬਾਰ ਸੀ, ਸਾਡੀ ਕਈ ਫੈਕਟਰੀਆਂ ਚੱਲਦੀਆਂ ਸੀ। ਮੇਰੇ ਪਾਪਾ ਦੇ ਕੋਈ ਬੇਟਾ ਨਹੀਂ ਸੀ, ਇਸ ਕਰਕੇ ਮੈਂ ਆਪਣੇ ਪਾਪਾ ਦੇ ਨਾਲ ਖੁਦ ਹੀ ਕੰਮ ਵਿੱਚ ਹੱਥ ਵਟਾਉਣ ਲੱਗੀ। ਮੇਰੇ ਹੱਥਾਂ ਵਿੱਚ ਬਹੁਤ ਬਰਕਤ ਸੀ। ਮੈਂ ਜਿਸ ਚੀਜ਼ ਤੇ ਹੱਥ ਰੱਖਦੀ, ਉਹ ਕਾਰੋਬਾਰ ਵਿੱਚ ਤਰੱਕੀ ਹੀ ਤਰੱਕੀ ਹੋਈ ਜਾਂਦੀ। ਮੇਰੇ ਪਾਪਾ ਨੇ ਮੇਰੇ ਕੰਮ ਅਤੇ ਮੇਰੀ ਕਿਸਮਤ ਨੂੰ ਦੇਖਦੇ ਹੋਏ ਸਾਰਾ ਕਾਰੋਬਾਰ ਮੇਰੇ ਹਵਾਲੇ ਕਰ ਦਿੱਤਾ। ਨਾਲੇ ਉਹਨਾਂ ਦੀ ਉਮਰ ਵੀ ਹੋ ਗਈ ਸੀ, ਉਹ ਖੁਦ ਆਰਾਮ ਕਰਨ ਲਈ ਘਰ ਵਿੱਚ ਹੀ ਰਹਿਣ ਲੱਗੇ। ਮੈਨੂੰ ਕਾਰੋਬਾਰ ਸੰਭਾਲਦੇ ਹੋਏ 1 ਸਾਲ ਹੀ ਹੋਇਆ ਸੀ ਕਿ ਮੇਰੇ ਮੰਮੀ ਪਾਪਾ ਦੀ ਕਾਰ ਐਕਸੀਡੈਂਟ ਵਿੱਚ ਮੌਤ ਹੋ ਗਈ। ਮੇਰੇ ਪਾਪਾ ਨੇ ਜਾਂਦੇ ਜਾਂਦੇ ਮੈਨੂੰ ਇੰਨਾ ਸਭ ਕੁਝ ਸਿਖਾ ਦਿੱਤਾ ਸੀ ਕਿ ਹੁਣ ਮੈਂ ਇਕੱਲੀ ਆਪਣਾ ਕਾਰੋਬਾਰ ਸੰਭਾਲ ਸਕਦੀ ਸੀ। ਪਰ ਮਾਂ-ਬਾਪ ਦੇ ਗੁਜ਼ਰਨ ਤੋਂ ਬਾਅਦ ਮੈਂ ਬਹੁਤ ਹੀ ਇਕੱਲੀ ਹੋ ਗਈ ਸੀ। ਫਿਰ ਮੈਨੂੰ ਇਕੱਲੇਪਣ ਤੋਂ ਬਚਣ ਲਈ ਸਾਰਾ ਦਿਨ ਦਫ਼ਤਰ, ਫੈਕਟਰੀਆਂ ਵਿੱਚ ਹੀ ਲੰਘਾ ਦਿੰਦੀ। ਇੱਕ ਦਿਨ ਮੈਂ ਫੈਕਟਰੀ ਵਿੱਚ ਘੁੰਮ ਰਹੀ ਸੀ ਤਾਂ ਇੱਕ ਫੈਕਟਰੀ ਵਰਕਰ ਮੇਰੇ ਨਾਲ ਟਕਰਾ ਗਿਆ। ਉਹ ਪਿਛਲੇ 4 ਸਾਲਾਂ ਤੋਂ ਸਾਡੀ ਫੈਕਟਰੀ ਵਿੱਚ ਇੰਚਾਰਜ ਦੇ ਤੌਰ ਤੇ ਕੰਮ ਕਰ ਰਿਹਾ ਸੀ। ਉਹ ਮੈਨੂੰ ਪਹਿਲੀ ਨਜ਼ਰ ਵਿੱਚ ਹੀ ਇੰਨਾ ਪਸੰਦ ਆਇਆ ਕਿ ਮੈਂ ਉਸ ਨੂੰ ਹਰ ਰੋਜ਼ ਬੁਲਾਉਣ ਲੱਗੀ। ਮੈਂ ਉਸ ਨੂੰ ਬਹਾਨੇ ਨਾਲ ਆਪਣੇ ਦਫ਼ਤਰ ਵਿੱਚ ਬੁਲਾਇਆ ਅਤੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਸੌਂਪ ਦਿੱਤੀਆਂ। ਫਿਰ ਹੌਲੀ-ਹੌਲੀ ਮੈਂ ਉਸ ਨੂੰ ਆਪਣਾ ਅਸਿਸਟੈਂਟ ਬਣਾ ਲਿਆ ਅਤੇ ਸਾਰੀਆਂ ਜ਼ਿੰਮੇਵਾਰੀਆਂ ਉਸ ਉੱਪਰ ਹੀ ਛੱਡ ਦਿੱਤੀਆਂ। ਹੁਣ ਉਹ ਸਾਰਾ ਦਿਨ ਮੇਰੇ ਨਾਲ ਰਹਿੰਦਾ, ਉਹ ਮੇਰੇ ਨਾਲ ਬਹੁਤ ਵਧੀਆ ਵਰਤਾਓ ਕਰਦਾ, ਮੇਰਾ ਖਿਆਲ ਰੱਖਦਾ, ਮੇਰੀ ਇੱਜ਼ਤ ਕਰਦਾ। ਇਹ ਸਭ ਮੈਨੂੰ ਬਹੁਤ ਚੰਗਾ ਲੱਗਦਾ। ਸਾਨੂੰ ਇਸ ਤਰ੍ਹਾਂ ਇਕੱਠਿਆਂ ਰਹਿੰਦਿਆਂ 1 ਸਾਲ ਲੰਘ ਗਿਆ। ਫਿਰ ਮੈਂ ਸੋਚਿਆ ਕਿਉਂ ਨਾ ਮੈਂ ਇਸ ਨਾਲ ਵਿਆਹ ਕਰਵਾ ਲਵਾਂ। ਇੱਕ ਦਿਨ ਮੈਂ ਉਸ ਨੂੰ ਪੁੱਛ ਹੀ ਲਿਆ ਕਿ ਤੂੰ ਮੇਰੇ ਨਾਲ ਵਿਆਹ ਕਰਵਾਏਂਗਾ। ਪਹਿਲਾਂ ਤਾਂ ਉਹ ਮੈਨੂੰ ਦੇਖ ਕੇ ਹੈਰਾਨ ਹੋ ਗਿਆ। ਫਿਰ ਉਸਨੇ ਮੇਰੇ ਤੋਂ ਥੋੜਾ ਸਮਾਂ ਮੰਗਿਆ ਅਤੇ ਕਿਹਾ, ਮੈਂ ਆਪਣੇ ਘਰ ਵਾਲਿਆਂ ਨਾਲ ਗੱਲ ਕਰਕੇ ਫਿਰ ਤੁਹਾਨੂੰ ਦੱਸਾਂਗਾ, ਕਿਉਂਕਿ ਮੈਂ ਆਪਣੇ ਘਰਦਿਆਂ ਦੀ ਮਰਜ਼ੀ ਨਾਲ ਹੀ ਵਿਆਹ ਕਰਵਾਉਣਾ। ਮੇਰੇ ਬਾਪ ਨਹੀਂ ਹੈ ਤੇ ਮੇਰੇ 2 ਭੈਣਾਂ ਤੇ 1 ਭਰਾ ਹੈ। ਉਹਨਾਂ ਨੂੰ ਪੁੱਛ ਕੇ ਹੀ ਤੁਹਾਨੂੰ ਦੱਸਾਂਗਾ, ਕਿਉਂਕਿ ਮੈਂ ਉਸ ਅੱਗੇ ਇਹ ਸ਼ਰਤ ਰੱਖ ਦਿੱਤੀ ਸੀ ਕਿ ਮੈਂ ਵਿਆਹ ਕਰਾ ਕੇ ਤੇਰੇ ਘਰ ਨਹੀਂ ਜਾਵਾਂਗੀ, ਸਗੋਂ ਤੂੰ ਮੇਰੇ ਘਰ ਰਹੇਂਗਾ। ਤੇ ਮੈਂ ਉਸ ਦੇ ਘਰ ਵਾਲਿਆਂ ਨਾਲ ਕੋਈ ਨੇੜਤਾ ਨਹੀਂ ਰੱਖਣੀ, ਨਾ ਹੀ ਉਸ ਦੇ ਘਰ ਵਾਲੇ ਮੈਨੂੰ ਮਿਲਣਗੇ ਤੇ ਸਾਡੇ ਵਿਆਹ ਵਿੱਚ ਵੀ ਉਸ ਦੇ ਘਰ ਵਾਲੇ ਨਹੀਂ ਆਉਣਗੇ, ਕਿਉਂਕਿ ਮੈਂ ਜਾਣਦੀ ਸੀ ਕਿ ਉਸ ਦੀ ਅਤੇ ਮੇਰੀ ਕਲਾਸ ਵਿੱਚ ਬਹੁਤ ਫਰਕ ਆ। ਕਿਉਂਕਿ ਮੈਂ ਇਹ ਨਹੀਂ ਚਾਹੁੰਦੀ ਸੀ ਕਿ ਉਹ ਮੇਰੀ ਦੌਲਤ ਦੇ ਲਾਲਚ ਵਿੱਚ ਆ ਜਾਣ। ਉਹਨਾਂ ਨੇ ਮੇਰੇ ਤੋਂ 2 ਹਫ਼ਤਿਆਂ ਦਾ ਵਕਤ ਮੰਗਿਆ, ਪਰ ਮੈਨੂੰ ਪੂਰਾ ਭਰੋਸਾ ਸੀ ਕਿ ਉਹ ਮੈਨੂੰ ਵਿਆਹ ਲਈ ਮਨਾ ਨਹੀਂ ਕਰਨਗੇ, ਕਿਉਂਕਿ ਜਿੰਨਾ ਪਿਆਰ ਮੈਂ ਉਸ ਨੂੰ ਕਰਨ ਲੱਗੀ ਸੀ, ਉਹ ਵੀ ਉਨਾ ਹੀ ਪਿਆਰ ਮੈਨੂੰ ਕਰਦਾ ਸੀ। ਫਿਰ 2 ਹਫ਼ਤਿਆਂ ਬਾਅਦ ਉਸ ਨੇ ਮੈਨੂੰ ਦੱਸਿਆ ਕਿ ਉਸ ਦੀ ਭੈਣ ਵਿਆਹ ਕਰਨ ਲਈ ਮੰਨ ਗਈ। ਫਿਰ ਸਾਡਾ ਵਿਆਹ ਸਾਦਗੀ ਨਾਲ ਹੋ ਗਿਆ। ਅਸੀਂ ਆਪਣੇ ਵਿਆਹ ਬਾਰੇ ਜ਼ਿਆਦਾ ਲੋਕਾਂ ਨੂੰ ਨਹੀਂ ਦੱਸਿਆ, ਕਿਉਂਕਿ ਮੇਰਾ ਪਤੀ ਮੇਰਾ ਹੀ ਅਸਿਸਟੈਂਟ ਸੀ, ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਕਿ ਮੇਰੀ ਫੈਕਟਰੀ ਵਿੱਚ ਕਿਸੇ ਕਿਸਮ ਦੀ ਮੇਰੇ ਬਾਰੇ ਗੱਲ ਹੋਵੇ। ਵਿਆਹ ਵਾਲੀ ਰਾਤ ਮੇਰਾ ਪਤੀ ਜਦੋਂ ਮੇਰੇ ਕਮਰੇ ਵਿੱਚ ਆਇਆ ਤਾਂ ਉਹ ਬਹੁਤ ਖੁਸ਼ ਸੀ ਤੇ ਮੈਂ ਵੀ ਬਹੁਤ ਖੁਸ਼। ਫਿਰ ਉਹਨੇ ਗੱਲਾਂ-ਗੱਲਾਂ ਵਿੱਚ ਮੈਨੂੰ ਕਿਹਾ ਕਿ ਮੈਂ ਤੈਨੂੰ ਆਪਣੀ ਜ਼ਿੰਦਗੀ ਦਾ ਇੱਕ ਸੱਚ ਦੱਸਣਾ ਚਾਹਣਾ, ਤੂੰ ਮੇਰੇ ਨਾਲ ਨਾਰਾਜ਼ ਤਾਂ ਨਹੀਂ ਹੋਵੇਂਗੀ। ਮੈਂ ਉਸ ਨੂੰ ਬਹੁਤ ਪਿਆਰ ਕਰਦੀ ਸੀ। ਮੈਂ ਉਸ ਨੂੰ ਕਿਹਾ, ਬਿਲਕੁਲ ਨਹੀਂ। ਪਰ ਜਦੋਂ ਉਸਨੇ ਸੱਚ ਮੇਰੇ ਸਾਹਮਣੇ ਰੱਖਿਆ ਤਾਂ ਮੇਰੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਨੂੰ ਕੀ ਕਰਨਾ ਚਾਹੀਦਾ, ਕਿਉਂਕਿ ਉਸ ਦਾ ਸੱਚ ਮੇਰੀ ਪੂਰੀ ਜ਼ਿੰਦਗੀ ਪਲਟ ਕੇ ਰੱਖ ਦੇਣ ਵਾਲਾ ਸੀ। ਮੈਨੂੰ ਉਸਨੇ ਦੱਸਿਆ ਕਿ ਮੈਂ ਇੱਕ ਨਾਮਰਦ ਹਾਂ।
ਮੈਂ ਤੈਨੂੰ ਜ਼ਿੰਦਗੀ ਵਿੱਚ ਕਦੇ ਵੀ ਬੱਚਾ ਨਹੀਂ ਦੇ ਸਕਦਾ। ਮੈਂ ਉਸ ਨਾਲ ਇਹ ਸੁਣ ਕੇ ਬਹੁਤ ਨਾਰਾਜ਼ ਹੋਈ, ਪਰ ਮੈਂ ਉਸ ਨੂੰ ਛੱਡ ਨਹੀਂ ਸਕਦੀ ਸੀ ਕਿਉਂਕਿ ਮੈਂ ਉਸ ਨੂੰ ਪਿਆਰ ਕਰਦੀ ਸੀ। ਨਾਰਾਜ਼ ਮੈਂ ਇਸ ਕਰਕੇ ਹੋਈ ਕਿ ਉਸ ਨੇ ਵਿਆਹ ਤੋਂ ਪਹਿਲਾਂ ਇਹ ਸਭ ਨਹੀਂ ਦੱਸਿਆ ਸੀ। ਉਹ ਕਹਿਣ ਲੱਗਿਆ, ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ। ਜੇ ਇਹ ਪਹਿਲਾਂ ਦੱਸ ਦਿੰਦਾ ਤਾਂ ਸ਼ਾਇਦ ਤੂੰ ਮੇਰੇ ਨਾਲ ਵਿਆਹ ਨਾ ਕਰਵਾਉਂਦੀ। ਇਸ ਤਰ੍ਹਾਂ ਸ਼ਾਦੀशुदा ਜ਼ਿੰਦਗੀ ਬਿਨਾਂ ਰਿਸ਼ਤਾ ਬਣਾਏ ਚੱਲ ਪਈ। ਮੇਰੇ ਮਾਂ-ਬਾਪ ਦੇ ਜਾਣ ਤੋਂ ਬਾਅਦ ਉਸ ਨੇ ਮੈਨੂੰ ਉਹਨਾਂ ਦੀ ਕਮੀ ਮਹਿਸੂਸ ਨਾ ਹੋਣ ਦਿੱਤੀ। ਸਾਡੇ ਵਿਆਹ ਨੂੰ 1 ਸਾਲ ਹੋ ਗਿਆ। ਇੱਕ ਦਿਨ ਮੈਂ ਅਰੁਣ ਨੂੰ ਕਿਹਾ, ਆਪਾਂ ਕੋਈ ਬੱਚਾ ਗੋਦ ਲੈ ਲੈਂਦੇ ਹਾਂ। ਉਸ ਨਾਲ ਆਪਣੀ ਜ਼ਿੰਦਗੀ ਵਿੱਚ ਖੁਸ਼ੀਆਂ ਆ ਜਾਣਗੀਆਂ। ਲੇਕਿਨ ਅਰੁਣ ਨੇ ਮੈਨੂੰ ਹਮੇਸ਼ਾ ਇਹ ਕਹਿ ਕੇ ਮਨਾ ਕਰ ਦਿੱਤਾ ਕਿ ਆਪਾਂ ਕਿਸੇ ਦੇ ਬੱਚੇ ਨੂੰ ਗੋਦ ਨਹੀਂ ਲੈ ਸਕਦੇ। ਮੈਂ ਅਰੁਣ ਦੇ ਫੈਸਲੇ ਦੇ ਅੱਗੇ ਹਾਰ ਮੰਨ ਜਾਂਦੀ। ਹੁਣ ਮੇਰਾ ਸਾਰਾ ਕਾਰੋਬਾਰ ਅਰੁਣ ਦੇਖਣ ਲੱਗਾ ਸੀ। ਮੈਂ ਕਾਫੀ ਪ੍ਰਾਪਰਟੀ ਅਰੁਣ ਦੇ ਨਾਮ ਵੀ ਕਰ ਦਿੱਤੀ ਸੀ। ਮੇਰੀ ਜ਼ਿੰਦਗੀ ਵਿੱਚ ਸਭ ਤੋਂ ਨੇੜੇ ਮੇਰੇ ਉਹੀ ਸੀ। ਕਦੇ-ਕਦੇ ਮੈਨੂੰ ਮੇਰੀ ਜ਼ਿੰਦਗੀ ਵਿੱਚ ਬੱਚੇ ਦੀ ਕਮੀ ਇਸ ਕਦਰ ਮਹਿਸੂਸ ਹੁੰਦੀ ਕਿ ਮੈਂ ਰੋਣ ਲੱਗ ਜਾਂਦੀ। ਅਰੁਣ ਮੇਰਾ ਰੋਣਾ ਦੇਖ ਕੇ ਪਰੇਸ਼ਾਨ ਹੋ ਜਾਂਦਾ ਤੇ ਮੈਨੂੰ ਤਸੱਲੀ ਦਿੰਦਾ ਕਿ ਜੇ ਰੱਬ ਨੇ ਚਾਹਿਆ ਤਾਂ ਆਪਣੀ ਕਿਸਮਤ ਵਿੱਚ ਔਲਾਦ ਜ਼ਰੂਰ ਆਵੇਗੀ। ਉਸ ਦੀ ਇਹ ਗੱਲ ਸੁਣ ਕੇ ਮੈਂ ਸਬਰ ਕਰ ਲੈਂਦੀ। ਇੱਕ ਦਿਨ ਅਰੁਣ ਨੇ ਮੈਨੂੰ ਦੱਸਿਆ ਕਿ ਉਸ ਦੀ ਭੈਣ ਦਾ ਪਤੀ ਮਰ ਚੁੱਕਿਆ ਤੇ ਉਸ ਦੀ ਭੈਣ ਦੀ ਹਾਲਤ ਬਹੁਤ ਹੀ ਖਰਾਬ ਆ। ਉਹ ਮੁਸ਼ਕਲ ਨਾਲ ਆਪਣੇ ਬੱਚੇ ਨੂੰ ਪਾਲ ਰਹੀ ਆ। ਇਹ ਗੱਲ ਸੁਣ ਕੇ ਮੈਂ ਉਸ ਨੂੰ ਕਿਹਾ, ਆਪਾਂ ਉਸ ਦੀ ਮਦਦ ਕਰ ਸਕਦੇ ਹਾਂ। ਤੇਰੀ ਭੈਣ ਨੂੰ ਜੋ ਚਾਹੀਦਾ ਉਸ ਨੂੰ ਦੇ ਦੇ। ਅਰੁਣ ਨੇ ਕਿਹਾ, ਜੇ ਆਪਾਂ ਉਸ ਦਾ ਬੱਚਾ ਹੀ ਗੋਦ ਲੈ ਲਈਏ ਤਾਂ ਉਸ ਦੀ ਮਦਦ ਹੋ ਸਕਦੀ ਆ ਤੇ ਆਪਾਂ ਵੀ ਬੇਔਲਾਦ ਨਹੀਂ ਰਹਾਂਗੇ ਤੇ ਮੇਰੀ ਭੈਣ ਨੂੰ ਆਪਾਂ ਇਸ ਘਰ ਦੇ ਇੱਕ ਕੋਨੇ ਵਿੱਚ ਜਗ੍ਹਾ ਦੇ ਦਿਆਂਗੇ। ਉਹ ਆਪਣੀ ਸੇਵਾ ਕਰੂਗੀ। ਬੱਚੇ ਦਾ ਨਾਮ ਸੁਣ ਕੇ ਤਾਂ ਮੇਰੇ ਅੰਦਰ ਜਿਵੇਂ ਨਵੀਂ ਜ਼ਿੰਦਗੀ ਨੇ ਜਨਮ ਲੈ ਲਿਆ ਸੀ। ਮੈਂ ਝੱਟ ਹਾਂ ਕਰ ਦਿੱਤੀ। ਮੇਰਾ ਬਹੁਤ ਵੱਡਾ ਘਰ ਸੀ। ਮੈਂ ਉਸ ਦੀ ਭੈਣ ਨੂੰ ਰਹਿਣ ਲਈ ਵੀ ਹਾਂ ਕਰ ਦਿੱਤੀ। ਅਰੁਣ ਆਪਣੀ ਭੈਣ ਤੇ ਭਾਣਜੇ ਨੂੰ ਲੈ ਕੇ ਮੇਰੇ ਘਰੇ ਆ ਗਿਆ। ਘਰ ਆਉਂਦੇ ਹੀ ਉਸ ਦੀ ਭੈਣ ਨੇ ਆਪਣਾ ਬੱਚਾ ਮੇਰੀ ਗੋਦੀ ਵਿੱਚ ਰੱਖ ਦਿੱਤਾ ਅਤੇ ਕਿਹਾ, ਇਸ ਦਾ ਨਾਮ ਵੀ ਤੁਸੀਂ ਖੁਦ ਹੀ ਰੱਖਣਾ। ਇਹ ਸੁਣ ਕੇ ਤਾਂ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਮੈਂ ਬੱਚੇ ਦਾ ਨਾਮ ਰੱਖ ਲਿਆ। ਬੱਚਾ ਬਹੁਤ ਹੀ ਖੂਬਸੂਰਤ ਤੇ ਥੋੜਾ-ਥੋੜਾ ਅਰੁਣ ਜਿਹਾ ਲੱਗਦਾ ਸੀ। ਮੈਂ ਜਦੋਂ ਵੀ ਉਸ ਨੂੰ ਗੌਰ ਨਾਲ ਦੇਖਦੀ ਤਾਂ ਮੈਨੂੰ ਲੱਗਦਾ ਕਿ ਮੈਂ ਅਰੁਣ ਨੂੰ ਹੀ ਦੇਖ ਰਹੀ ਹਾਂ ਕਿਉਂਕਿ ਉਹ ਬਿਲਕੁਲ ਅਰੁਣ ਵਰਗਾ ਸੀ। ਮੈਂ ਖੁਸ਼ੀ-ਖੁਸ਼ੀ ਵਿੱਚ ਬੱਚੇ ਦੀ ਦੇਖਭਾਲ ਕਰਨ ਲੱਗੀ। ਮੈਂ ਆਪਣੇ ਕਾਰੋਬਾਰ ਤੋਂ ਦੂਰੀ ਬਣਾ ਲਈ ਸੀ। ਹੁਣ ਸਭ ਕੁਝ ਅਰੁਣ ਦੇ ਹੱਥ ਵਿੱਚ ਸੀ। ਉਹ ਮੈਨੂੰ ਬੱਚੇ ਦੇ ਨਾਲ ਬਿਜੀ ਦੇਖ ਕੇ ਆਪਣੀ ਭੈਣ ਦੇ ਕੋਲ ਜਾ ਕੇ ਬਹਿ ਜਾਂਦਾ। ਉਸ ਦੀ ਭੈਣ ਵੀ ਉਸ ਦੇ ਨਾਲ ਵਕਤ ਗੁਜ਼ਾਰਦੀ ਕਿਉਂਕਿ ਮੈਨੂੰ ਬੱਚਾ ਮਿਲ ਗਿਆ ਸੀ। ਮੈਨੂੰ ਉਹਨਾਂ ਦੋਹਾਂ ਦਾ ਵਕਤ ਗੁਜ਼ਾਰਨਾ ਬੁਰਾ ਨਹੀਂ ਲੱਗਦਾ ਸੀ। ਹੁਣ ਜਦੋਂ ਰਾਤ ਨੂੰ ਬੱਚਾ ਰੋਣ ਲੱਗਦਾ ਤਾਂ ਅਰੁਣ ਉੱਠ ਕੇ ਆਪਣੀ ਭੈਣ ਦੇ ਕਮਰੇ ਵਿੱਚ ਚਲਿਆ ਜਾਂਦਾ ਤੇ ਉੱਥੇ ਹੀ ਸੌਂ ਜਾਂਦਾ। ਹੁਣ ਮੈਨੂੰ ਅਰੁਣ ਨਾਲੋਂ ਵੀ ਇੰਨਾ ਲਗਾਵ ਨਹੀਂ ਸੀ ਜਿੰਨਾ ਉਸ ਬੱਚੇ ਨਾਲ। ਬੱਚੇ ਨੂੰ ਪਾਲਦੇ-ਪਾਲਦੇ ਮੈਨੂੰ 3-4 ਮਹੀਨੇ ਹੋ ਗਏ। ਜਿਵੇਂ-ਜਿਵੇਂ ਬੱਚਾ ਵੱਡਾ ਹੁੰਦਾ ਜਾ ਰਿਹਾ ਸੀ, ਮੈਂ ਬੱਚੇ ਵਿੱਚ ਬਹੁਤ ਹੀ ਵਿਅਸਤ ਹੁੰਦੀ ਜਾ ਰਹੀ ਸੀ। ਮੈਂ ਅਰੁਣ ਨੂੰ ਵਕਤ ਨਹੀਂ ਦੇ ਪਾਉਂਦੀ ਸੀ। ਉਹ ਵੀ ਮੇਰੇ ਤੋਂ ਕੋਈ ਸ਼ਿਕਾਇਤ ਨਹੀਂ ਕਰਦਾ ਸੀ। ਅਰੁਣ ਦਫ਼ਤਰ ਤੋਂ ਆਉਂਦਾ ਤਾਂ ਆਪਣੀ ਭੈਣ ਦੇ ਕੋਲ ਹੀ ਬੈਠ ਜਾਂਦਾ। ਮੈਂ ਆਪਣੇ ਵਕੀਲ ਨੂੰ ਕਹਿ ਕੇ ਕਾਨੂੰਨੀ ਕਾਗਜ਼ਾਤ ਵੀ ਬਣਵਾ ਲਏ ਸੀ, ਜਿਸ ਨਾਲ ਮੈਂ ਬੱਚੇ ਨੂੰ ਕਾਨੂੰਨੀ ਤੌਰ 'ਤੇ ਗੋਦ ਲੈ ਲਿਆ ਸੀ। ਹੁਣ ਅਰੁਣੋਂ ਭੈਣ ਮੇਰੇ ਤੋਂ ਇਹ ਬੱਚਾ ਵਾਪਸ ਨਹੀਂ ਲੈ ਸਕਦੇ ਸੀ। ਮੈਂ ਉਸ ਦੀ ਭੈਣ ਤੋਂ ਬਹਾਨਾ ਬਣਾ ਕੇ ਦਸਤਖਤ ਕਰਵਾ ਲਏ ਸੀ ਕਿ ਮੈਂ ਉਸ ਦੇ ਬੱਚੇ ਲਈ ਪ੍ਰਾਪਰਟੀ ਖਰੀਦ ਰਹੀ ਹਾਂ। ਮੇਰੇ ਮੂੰਹੋਂ ਇਹ ਸੁਣ ਕੇ ਅਰੁਣ ਦੀ ਭੈਣ ਬਹੁਤ ਖੁਸ਼ ਹੋਈ ਤੇ ਉਸ ਨੇ ਬਿਨਾਂ ਕਾਗਜ਼ਾਤ ਪੜ੍ਹੇ ਹੀ ਦਸਤਖਤ ਕਰ ਦਿੱਤੇ ਅਤੇ ਇਹ ਬੱਚਾ ਹੁਣ ਕਾਨੂੰਨੀ ਤੌਰ 'ਤੇ ਮੇਰਾ ਹੋ ਗਿਆ ਸੀ। ਇੱਕ ਦਿਨ ਬੱਚੇ ਨੂੰ ਨਵਾਉਂਦੇ ਹੋਏ ਮੈਂ ਉਸ ਦੀ ਪਿੱਠ 'ਤੇ ਨਿਗਾਹ ਪਈ ਤਾਂ ਮੈਂ ਦੇਖਿਆ ਉਸ ਦੀ ਪਿੱਠ 'ਤੇ ਉਹੋ ਜਿਹੇ ਹੀ ਨਿਸ਼ਾਨ ਸੀ ਜਿਹੋ ਜਿਹੇ ਨਿਸ਼ਾਨ ਅਰੁਣ ਦੀ ਪਿੱਠ 'ਤੇ ਸੀ। ਇਹ ਦੇਖ ਕੇ ਮੈਂ ਥੋੜਾ ਹੈਰਾਨ ਤਾਂ ਹੋਈ, ਪਰ ਮੈਂ ਅਣਗੌਲਿਆਂ ਕਰ ਦਿੱਤਾ। ਫਿਰ ਇੱਕ ਦਿਨ ਮੈਂ ਕਿਚਨ ਵਿੱਚੋਂ ਆ ਰਹੀ ਸੀ ਤਾਂ ਮੈਂ ਅਰੁਣ ਦੀ ਭੈਣ ਦੇ ਕਮਰੇ ਵਿੱਚੋਂ ਹੱਸਦਿਆਂ ਹੋਇਆਂ ਦੀ ਆਵਾਜ਼ ਸੁਣੀ। ਇਹ ਦੇਖ ਕੇ ਮੈਂ ਥੋੜਾ ਰੁਕ ਗਈ। ਜਦੋਂ ਗੱਲਾਂ ਸੁਣੀਆਂ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਕਮਰੇ ਦਾ ਦਰਵਾਜ਼ਾ ਪੂਰੀ ਤਰ੍ਹਾਂ ਬੰਦ ਨਹੀਂ ਸੀ। ਅਰੁਣ ਦੀ ਭੈਣ ਕਹਿ ਰਹੀ ਸੀ, ਪਹਿਲਾਂ ਦਰਵਾਜ਼ਾ ਤਾਂ ਲੌਕ ਕਰ ਲਓ, ਕਿਤੇ ਤੇਰੀ ਦੂਜੀ ਘਰਵਾਲੀ ਨਾ ਦੇਖ ਲਵੇ। ਅਰੁਣ ਨੇ ਕਿਹਾ, ਉਸ ਬੇਵਕੂਫ ਨੂੰ ਇੰਨੀ ਫੁਰਸਤ ਕਿੱਥੇ,
ਉਹ ਤਾਂ ਆਪਣਾ ਬੱਚਾ ਲੈ ਕੇ ਦਿਨ ਰਾਤ ਉਸ ਦੇ ਵਿੱਚ ਲੱਗੀ ਰਹਿੰਦੀ ਆ। ਮੈਂ ਤੇਰੀ ਮੁਹੱਬਤ ਵਿੱਚ ਇੰਨਾ ਸੱਚਾ ਹਾਂ ਕਿ ਮੈਂ ਉਸ ਦੀ ਤਰਫ ਦੇਖਦਾ ਵੀ ਨਹੀਂ। ਦੇਖ ਮੈਂ ਕਿਸ ਤਰ੍ਹਾਂ ਦੁਨੀਆ ਦੀਆਂ ਸਾਰੀਆਂ ਖੁਸ਼ੀਆਂ ਤੇਰੇ ਕਦਮਾਂ ਵਿੱਚ ਰੱਖ ਦਿੱਤੀਆਂ। ਕਿਤੇ ਤੂੰ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਤਰਸਦੀ ਰਹਿੰਦੀ ਸੀ, ਹੁਣ ਦੇਖ ਇੰਨੇ ਵੱਡੇ ਮਹਿਲ ਵਿੱਚ ਕਿਵੇਂ ਸ਼ਾਨ ਨਾਲ ਰਹਿਨੀ ਆ। ਆਪਣਾ ਬੱਚਾ ਵੀ ਵਧੀਆ ਜ਼ਿੰਦਗੀ ਜੀ ਰਿਹਾ, ਤੈਨੂੰ ਸੰਭਾਲਣਾ ਵੀ ਨਹੀਂ ਪੈਂਦਾ, ਫ੍ਰੀ ਵਿੱਚ ਕੰਮ ਵਾਲੀ ਮਿਲੀ ਹੋਈ ਆ। ਤੂੰ ਐਵੇਂ ਹੀ ਮੈਨੂੰ ਉਸ ਦੇ ਨਾਲ ਵਿਆਹ ਕਰਨ ਨੂੰ ਰੋਕ ਰਹੀ ਸੀ। ਮੈਂ ਕਿਹਾ ਸੀ ਕਿ ਉਸ ਅਨਾਥ ਜਿਸ ਦਾ ਦੁਨੀਆ ਵਿੱਚ ਕੋਈ ਨਹੀਂ, ਉਹ ਮੁਹੱਬਤ ਦੀ ਭਿਖਾਰਨਾ। ਮੈਂ ਥੋੜ੍ਹਾ ਜਿਹਾ ਉਸ ਦਾ ਸਾਥ ਦਿੱਤਾ ਤੇ ਉਸ ਨੇ ਸਾਰਾ ਕਾਰੋਬਾਰ ਹੀ ਮੇਰੇ ਹਵਾਲੇ ਕਰ ਦਿੱਤਾ। ਤੇਰਾ ਪਤੀ ਬੌਸ ਆ ਬੌਸ, ਸਾਰੇ ਮੇਰੇ ਅੱਗੇ ਪਿੱਛੇ ਘੁੰਮਦੇ ਆ। ਉਹ ਔਰਤ ਤਾਂ ਮੇਰੀ ਮਰਦਾਨਗੀ ਦੇ ਬਗੈਰ ਹੀ ਮੈਨੂੰ ਚਿਪਕੀ ਰਹਿੰਦੀ ਆ। ਅੱਜ ਅਰੁਣ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਸੀ ਜੋ ਸਾਡੇ ਰਿਸ਼ਤੇ ਨੂੰ ਖਤਮ ਕਰਨ ਲਈ ਕਾਫੀ ਸੀ। ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਤੇ ਮੈਂ ਚੁੱਪਚਾਪ ਆਪਣੇ ਕਮਰੇ ਵਿੱਚ ਆ ਗਈ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ, ਪਰ ਮੈਂ ਠਾਣ ਲਿਆ ਸੀ ਕਿ ਇੰਨੀ ਆਸਾਨੀ ਨਾਲ ਮੈਂ ਇਹਨਾਂ ਨੂੰ ਮਾफ़ ਨਹੀਂ ਕਰੂੰਗੀ। ਮੈਨੂੰ ਸਵੇਰ ਦਾ ਇੰਤਜ਼ਾਰ ਸੀ। ਸਵੇਰ ਹੁੰਦੇ ਹੀ ਅਰੁਣ ਨੂੰ ਕਿਹਾ, ਮੈਂ ਵੀ ਅੱਜ ਤੇਰੇ ਨਾਲ ਦਫ਼ਤਰ ਜਾਵਾਂਗੀ। ਇਹ ਸੁਣ ਕੇ ਅਰੁਣ ਚੌਂਕ ਗਿਆ, ਪਰ ਮੈਂ ਉਸ ਨੂੰ ਜ਼ਾਹਰ ਨਹੀਂ ਹੋਣ ਦਿੱਤਾ। ਮੈਂ ਉਸ ਨੂੰ ਕਿਹਾ, ਵਕੀਲ ਸਾਹਿਬ ਬਹੁਤ ਵਧੀਆ ਜ਼ਮੀਨ ਬਹੁਤ ਸੋਹਣੇ ਰੇਟ 'ਤੇ ਆਪਾਂ ਨੂੰ ਦਵਾ ਰਹੇ ਆ, ਜਿੱਥੇ ਆਪਾਂ ਨਵੀਂ ਫੈਕਟਰੀ ਲਾਵਾਂਗੇ। ਇਹ ਸੁਣ ਕੇ ਅਰੁਣ ਖੁਸ਼ ਹੋ ਗਿਆ। ਮੈਂ ਵਕੀਲ ਸਾਹਿਬ ਨੂੰ ਪਹਿਲਾਂ ਹੀ ਜ਼ਰੂਰੀ ਕਾਗਜ਼ਾਤ ਬਣਾਉਣ ਲਈ ਕਹਿ ਚੁੱਕੀ ਸੀ। ਵਕੀਲ ਸਾਹਿਬ ਦੁਪਹਿਰੇ ਦਫ਼ਤਰ ਆਏ ਤੇ ਮੈਂ ਉਹ ਸਾਰੇ ਕਾਗਜ਼ਾਤ ਅਰੁਣ ਦੇ ਸਾਹਮਣੇ ਰੱਖ ਦਿੱਤੇ ਤੇ ਕਿਹਾ, ਇਹਨਾਂ 'ਤੇ ਦਸਤਖਤ ਕਰ ਦੇ। ਅਰੁਣ ਪਹਿਲਾਂ ਤਾਂ ਹੈਰਾਨ ਜਿਹਾ ਹੋਇਆ, ਪਰ ਮੈਂ ਉਸ ਨੂੰ ਕਿਹਾ, ਇਹ ਜ਼ਮੀਨ ਤੇਰੇ ਨਾਂ 'ਤੇ ਖਰੀਦ ਰਹੇ ਹਾਂ। ਉਹ ਖੁਸ਼ੀ ਵਿੱਚ ਅੰਨਾ ਹੋਇਆ ਪਿਆ ਸੀ। ਬਿਨਾਂ ਪੜ੍ਹੇ ਦਸਤਖਤ ਕਰ ਦਿੱਤੇ। ਮੈਂ ਘਰ ਵਾਪਸ ਆ ਕੇ ਅਰੁਣ ਦੀ ਪਤਨੀ ਤੋਂ ਆਪਣਾ ਬੱਚਾ ਵਾਪਸ ਲੈ ਲਿਆ ਤੇ ਕਮਰੇ ਵਿੱਚ ਆ ਗਈ। ਅੱਜ ਰਾਤ ਫਿਰ ਮੈਂ ਉਹਨਾਂ ਦੋਹਾਂ ਨੂੰ ਦਰਵਾਜ਼ੇ ਦੇ ਬਾਹਰ ਖੜ੍ਹ ਕੇ ਦੇਖਿਆ। ਦਰਵਾਜ਼ਾ ਅੱਜ ਵੀ ਬੰਦ ਨਹੀਂ ਸੀ। ਅੱਜ ਤਾਂ ਕਮਰੇ ਵਿੱਚ ਪਾਰਟੀ ਹੋ ਰਹੀ ਸੀ, ਨਵੀਂ ਜ਼ਮੀਨ ਜੋ ਖਰੀਦੀ ਸੀ। ਮੈਂ ਦਰਵਾਜ਼ਾ ਖੋਲ੍ਹਿਆ ਤੇ ਅੰਦਰ ਚਲੀ ਗਈ। ਅੱਗੇ ਵੱਧ ਕੇ ਤਾੜ-ਤਾੜ ਅਰੁਣ ਦੇ 3-4 ਥੱਪੜਾਂ ਦੀ ਬਾਰਿਸ਼ ਕਰ ਦਿੱਤੀ ਤੇ ਆਪਣੇ ਹੱਥ ਵਿੱਚ ਫੜੇ ਹੋਏ ਸਾਰੇ ਕਾਗਜ਼ਾਤ ਉਸ ਦੇ ਮੂੰਹ 'ਤੇ ਮਾਰੇ। ਮੈਂ ਨਾ ਸਿਰਫ ਉਸ ਤੋਂ ਸਾਰੀ ਜ਼ਮੀਨ ਜਾਇਦਾਦ ਵਾਪਸ ਲੈ ਲਈ ਸੀ, ਬਲਕਿ ਉਸ ਨੂੰ ਤਲਾਕ ਵੀ ਦੇ ਦਿੱਤਾ ਸੀ। ਹੁਣ ਮੇਰਾ ਉਸ ਦੇ ਨਾਲ ਕੋਈ ਵਾਸਤਾ ਨਹੀਂ ਸੀ। ਮੈਂ ਤੁਰੰਤ ਉਹਨਾਂ ਦੋਹਾਂ ਨੂੰ ਘਰ ਵਿੱਚੋਂ ਨਿਕਲਣ ਲਈ ਕਿਹਾ। ਅਰੁਣ ਮੈਨੂੰ ਝੂਠੀ ਮੁਹੱਬਤ ਦੀਆਂ ਕਸਮਾਂ ਦੇਣ ਲੱਗਿਆ। ਮੈਂ ਉਸ ਦੇ 2 ਥੱਪੜ ਹੋਰ ਮਾਰੇ ਤੇ ਜਾਂਦੀ ਹੋਈ ਉਸ ਦੀ ਪਤਨੀ ਮੇਰੇ ਕੋਲੋਂ ਬੱਚਾ ਲੈਣ ਆਈ ਤੇ ਮੈਂ ਉਸ ਨੂੰ ਇਹ ਦੱਸ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਕੱਢ ਦਿੱਤੀ ਕਿ ਇਸ ਬੱਚੇ 'ਤੇ ਉਸ ਦਾ ਕੋਈ ਹੱਕ ਨਹੀਂ। ਉਹ ਮੇਰੇ ਪੈਰਾਂ ਉੱਤੇ ਡਿੱਗ ਗਈ ਤੇ ਮੈਨੂੰ ਉਸ 'ਤੇ ਰਹਿਮ ਨਹੀਂ ਆਇਆ। ਉਹ ਦੋਨੋਂ ਖਾਲੀ ਹੱਥ ਮੇਰੇ ਘਰੋਂ ਨਿਕਲ ਗਏ। ਮੈਂ ਆਪਣਾ ਬੱਚਾ ਆਪਣੀ ਗੋਦੀ ਵਿੱਚ ਉਠਾਇਆ ਅਤੇ ਆਪਣੇ ਸੀਨੇ ਨਾਲ ਲਾ ਲਿਆ। ਬੱਚਾ ਮੈਨੂੰ ਦੇਖ ਕੇ ਮੁਸਕਰਾਇਆ। ਉਹ ਦੋਨਾਂ ਨੇ ਲਾਲਚ ਵਿੱਚ ਆ ਕੇ ਆਪਣਾ ਬੱਚਾ ਵੀ ਗਵਾ ਲਿਆ ਸੀ। ਸੋ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਕਹਾਣੀ ਕਿਵੇਂ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ। ਮਿਲਦੇ ਹਾਂ ਕਿਸੇ ਨਵੀਂ ਕਹਾਣੀ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ।